ਹੈਲੋ एवरीवन ਵੈਲਕਮ ਟੂ ਆਲ। ਐਜ਼ ਯੂ ਨੋ ਕਿ ਅਸੀਂ ਪਿਛਲੀ ਵੀਡੀਓ 120 ਨੰਬਰ ਕੁਐਸਚਨ ਤੇ ਛੱਡਤੀ ਸੀ ਤੇ ਇਸ ਦਾ ਦੂਸਰਾ ਪਾਰਟ ਅਸੀਂ ਹੁਣ ਸ਼ੁਰੂ ਕਰਨ ਜਾ ਰਹੇ ਹਾਂ। ਪਿਛਲੇ ਪਾਰਟ ਦੇ ਵਿੱਚ ਅਸੀਂ 120 ਕੁਐਸਚਨ ਕੀਤੇ ਸੀ ਤੇ ਅਸੀਂ ਪੇਪਰ ਕਰ ਰਹੇ ਹਾਂ ਦਸੰਬਰ 2015 ਦਾ, ਜਿਹੜਾ ਕਿ ਪੇਪਰ ਪੰਜਵਾਂ ਪੇਪਰ ਲਿਆ ਸੀਗਾ ਇਹਨੇ ਦਸੰਬਰ 2015 ਦੇ ਵਿੱਚ ਅਸੀਂ ਉਹ ਪੇਪਰ ਕਰ ਰਹੇ ਹਾਂ। ਤੇ ਦੂਸਰਾ ਪਾਰਟ ਜੋ ਇਸ ਦਾ ਉਹ ਸ਼ੁਰੂ ਕਰਨ ਜਾ ਰਹੇ ਹਾਂ। 121 ਨੰਬਰ ਕੁਐਸਚਨ ਆ ਸਾਡੇ ਕੋਲ ਕਿ ਹੇਠ ਲਿਖਿਆਂ ਦੇ ਵਿੱਚੋਂ ਸਹੀ ਚੋਣ ਕਰੋ। ਅੱਛਾ ਗਾਇਜ਼, ਜਿਹੜੇ ਨਾ ਆਪਾਂ ਕੁਐਸਚਨ ਸਾਨੂੰ 10 ਕੁਐਸਚਨ ਆਉਂਦੇ ਹੁੰਦੇ ਨੇ ਸਾਈਕੋਲੋਜੀ ਨਾਲ ਰਿਲੇਟਡ ਹਰ ਪਾਰਟ ਦੇ ਵਿੱਚੋਂ, ਤੇ ਇੱਕ 30 ਨੰਬਰ ਦੀ ਸਾਈਕੋਲੋਜੀ ਅਲੱਗ ਤੋਂ ਹੁੰਦੀ ਹੋਈ ਆ। ਤਾਂ ਜਿਹੜੇ 10 ਕੁਐਸਚਨ SST ਦੇ ਨੇ ਸਾਈਕੋਲੋਜੀ ਨਾਲ ਰਿਲੇਟਡ ਉਹ 121 ਤੋਂ ਸ਼ੁਰੂ ਹੋ ਰਹੇ ਨੇ। ਸੋ 121 ਤੋਂ ਲੈ ਕੇ 130 ਤੱਕ ਸਾਡੇ ਕੋਲ ਸਾਈਕੋਲੋਜੀ ਦੇ ਕੁਐਸਚਨ ਹੋਣਗੇ। ਉਸ ਤੋਂ ਬਾਅਦ ਜਿਹੜੇ ਬਾਕੀ ਰਹਿੰਦੇ ਕੁਐਸਚਨ SST ਦੇ ਉਹ ਹੋਣਗੇ। ਇਹਨਾਂ ਨੇ ਸ਼ਫਲਿੰਗ ਕਰਨੀ ਹੁੰਦੀ ਹੈ। ਸ਼ਫਲਿੰਗ ਕਿਸੇ ਵੀ ਪਾਸੇ ਹੋ ਸਕਦੀ ਹੈ। ਤੁਹਾਨੂੰ ਸਾਈਕੋਲੋਜੀ ਸਟਾਰਟਿੰਗ 'ਚ ਵੀ ਪੁੱਛੀ ਹੋ ਸਕਦੀ ਹੈ, ਤੁਹਾਨੂੰ ਸਾਈਕੋਲੋਜੀ ਐਂਡ 'ਚ ਵੀ ਪੁੱਛੀ ਹੋ ਸਕਦੀ ਹੈ, ਤੁਹਾਨੂੰ ਸਾਈਕੋਲੋਜੀ ਮਿਡ 'ਚ ਵੀ ਪੁੱਛੀ ਹੋ ਸਕਦੀ ਹੈ। ਸੋ ਫਸਟ ਕੁਐਸਚਨ ਹੈ ਸਾਡਾ ਕਿ ਹੇਠ ਲਿਖਿਆਂ ਵਿੱਚੋਂ ਸਹੀ ਚੋਣ ਕਰੋ। ਸਮਾਜਿਕ ਵਿਗਿਆਨ ਵਿੱਚ ਕਾਲਕ੍ਰਮ ਦੇ ਮਾਪਦੰਡ ਡੈਸ਼ ਹਨ। ਕ੍ਰੋਨੋਲੋਜੀ ਦਾ ਡਾਇਮੈਂਸ਼ਨਸ ਆਫ ਕ੍ਰੋਨੋਲੋਜੀ ਕੀ ਹੋ ਸਕਦੀ ਆ? ਮਿਆਦ, ਦੂਰੀ, ਸਥਿਤੀ, ਸਮੇਂ ਦਾ ਸੰਬੰਧ, ਦੂਸਰਾ ਤੇ ਤੀਸਰਾ, ਪਹਿਲਾ ਤੇ ਦੂਸਰਾ, ਤੀਸਰਾ ਤੇ ਚੌਥਾ, ਜਾਂ ਫਿਰ ਸਾਰੇ। ਇਸ ਦਾ ਸਾਡੇ ਕੋਲ ਜੋ ਸਹੀ ਆਨਸਰ ਹੈ ਉਹ ਹੈ ਉੱਪਰ ਦਿੱਤੇ ਸਾਰੇ। ਮਿਆਦ ਵੀ ਹੋਵੇਗੀ, ਸਥਿਤੀ ਵੀ ਹੋਵੇਗੀ, ਦੂਰੀ ਵੀ ਹੋਵੇਗੀ, ਸਮੇਂ ਦਾ ਸੰਬੰਧ ਵੀ ਹੋਵੇਗਾ। ਨੈਕਸਟ ਕੁਐਸਚਨ ਸਾਡੇ ਕੋਲ ਆ ਰਿਹਾ ਹੈ ਕੁਐਸਚਨ ਨੰਬਰ 122 ਕਿ ਸਮਾਜਿਕ ਵਿਗਿਆਨ ਵਿੱਚ ਕਹਾਣੀ ਸੁਣਾਉਣ ਵਿਧੀ ਨੂੰ, ਸਟੋਰੀ ਟੈਲਿੰਗ ਮੈਥਡ ਨੂੰ ਕੁਸ਼ਲਤਾਪੂਰਵਕ ਵਰਤਣ ਪੱਖੋਂ ਹੇਠ ਲਿਖਿਆਂ ਚੋਂ ਕਿਹੜਾ ਕਥਨ ਗਲਤ ਹੈ? ਪਹਿਲੀ ਆਪਸ਼ਨ, ਅਧਿਆਪਕ ਨੂੰ ਕਹਾਣੀ ਤਰਤੀਬਵਾਰ ਤਰੀਕੇ ਨਾਲ ਸੁਣਾਉਣੀ ਚਾਹੀਦੀ ਹੈ। ਅਧਿਆਪਕ ਨੂੰ ਆਕਰਸ਼ਕ ਸ਼ਬਦ ਅਤੇ ਮੁਹਾਵਰੇ ਵਰਤਣੇ ਚਾਹੀਦੇ ਹਨ। ਅਧਿਆਪਕ ਨੂੰ ਆਪਣੀ ਕਲਪਨਾ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਵਰਣਨ ਸਰੋਤਿਆਂ ਦੇ ਪੱਧਰ ਦਾ ਹੋਣਾ ਚਾਹੀਦਾ ਹੈ। ਇਸ ਦੇ ਜੋ ਸਹੀ ਆਪਸ਼ਨ ਨੇ, ਮਤਲਬ ਕਿ ਗਲਤ ਕਥਨ ਹੈ ਜਿਹੜਾ, ਉਹ ਹੈ ਬੀ, ਅਧਿਆਪਕ ਨੂੰ ਆਕਰਸ਼ਕ ਸ਼ਬਦ ਅਤੇ ਮੁਹਾਵਰੇ ਵਰਤਣੇ ਚਾਹੀਦੇ ਹਨ। ਨਹੀਂ, ਇਸ ਨਾਲ ਲੈਂਗੁਏਜ ਹੈ ਜੋ ਉਹਦੀ ਉਹ ਟਿਪੀਕਲ ਹੋ ਜਾਏਗੀ, ਤੇ ਲੈਂਗੁਏਜ ਟਿਪੀਕਲ ਹੋਗੀ ਤਾਂ ਬੱਚੇ ਦੇ ਲੈਵਲ ਦਾ ਕਿਵੇਂ ਰਹੇਗਾ, ਸਰੋਤਿਆਂ ਦੇ ਪੱਧਰ ਦਾ ਉਹ ਕਿਵੇਂ ਰਹੇਗਾ। ਸੋ ਇਸ ਦਾ ਜੋ ਗਲਤ ਆਪਸ਼ਨ ਹੈ, ਮਤਲਬ ਕਿ ਕੁਐਸਚਨ ਲਈ ਸਹੀ ਹੈ ਤੇ ਉਂਝ ਜੋ ਗਲਤ ਪੁੱਛਿਆ ਗਿਆ ਸਾਨੂੰ ਉਹ ਹੈ ਆਪਸ਼ਨ ਬੀ। ਨੈਕਸਟ ਕੁਐਸਚਨ ਹੈ ਸਾਡੇ ਕੋਲੇ ਕਿ ਕਿਸੇ ਨਿਸ਼ਾਨੇ ਜਾਂ ਧਾਰਨਾ ਸੰਬੰਧੀ ਇੰਜ ਬਿਆਨ ਕਰਨਾ ਕਿ ਸਿੱਖਿਆਰਥੀ ਦੇ ਮਨ ਉੱਪਰ ਮਾਨਸਿਕ ਚਿੱਤਰ ਉਕਰ ਗਏ ਨੂੰ ਡੈਸ਼ ਕਹਿੰਦੇ ਹਾਂ। ਭਾਸ਼ਣ, ਵਰਤਾਂਤ, ਵਿਆਖਿਆ, ਅਖਿਆਨ। ਕਹਿਣ ਦਾ ਮਤਲਬ ਇਸ ਤਰੀਕੇ ਨਾਲ ਪੜ੍ਹਾਉਣਾ ਕਿ ਉਹ ਸਾਰਾ ਕੁਝ ਮਨ ਦੇ ਵਿੱਚ ਬੈਠ ਜਾਵੇ, ਉਹ ਚਿੱਤਰ ਉਕਰੇ ਜਾਣ, ਤਾਂ ਉਸ ਨੂੰ ਅਸੀਂ ਕਹਾਂਗੇ ਬਿਰਤਾਂਤ। ਨੈਕਸਟ ਕੁਐਸਚਨ ਹੈ ਸਾਡੇ ਕੋਲੇ ਕਿ ਹੇਠ ਲਿਖਿਆਂ ਵਿੱਚੋਂ ਕਿਹੜੀ ਸਹਾਇਕ ਅਧਿਆਪਨ ਸਮੱਗਰੀ ਵੱਖ-ਵੱਖ ਸ਼ਾਸਕਾਂ ਦੇ ਅਧੀਨ ਹੋਏ ਵੱਖ-ਵੱਖ ਵਿਕਾਸ ਕਾਰਜਾਂ ਨੂੰ ਦਰਸਾਉਣ ਲਈ ਵਧੇਰੇ ਪ੍ਰਭਾਵਸ਼ਾਲੀ ਹੈ? ਸਮਾਂ ਚਾਰਟ, ਬਾਰ ਗ੍ਰਾਫ, ਸਮਾਂ ਰੇਖਾ, ਜਾਂ ਫਿਰ ਰੇਖਾ ਗ੍ਰਾਫ। ਇਹਨੂੰ ਅਸੀਂ ਕਹਿ ਦਿੰਦੇ ਹਾਂ ਸਮਾਂ ਚਾਰਟ, ਕਿ ਇਸ ਸਮੇਂ ਆ ਹੋਇਆ, ਇਸ ਸਮੇਂ ਆ ਹੋਇਆ, ਇਸ ਸਮੇਂ ਆ ਹੋਇਆ। ਸੋ ਨੈਕਸਟ ਕੁਐਸਚਨ ਹੈ ਸਾਡੇ ਕੋਲੇ ਕਿ ਸਮਾਜਿਕ ਵਿਗਿਆਨ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਦੂਜਿਆਂ ਤੋਂ ਅਲੱਗ ਪੜ੍ਹਾਉਣ ਨੂੰ ਕੀ ਕਹਿੰਦੇ ਹਨ? ਐਕਸਲਰੇਸ਼ਨ, ਸੈਗਰੀਗੇਸ਼ਨ, ਐਨਰਿਚਮੈਂਟ, ਜਾਂ ਫਿਰ ਉਪਰੋਕਤ ਵਿੱਚੋਂ ਕੋਈ ਵੀ ਨਹੀਂ, ਸੈਗਰੀਗੇਸ਼ਨ। ਇਸ ਦਾ ਮੀਨਿੰਗ ਵੀ ਅਲੱਗ ਕਰਨਾ ਹੀ ਹੁੰਦਾ ਹੈ। ਨੈਕਸਟ ਕੁਐਸਚਨ ਹੈ ਸਾਡੇ ਕੋਲੇ ਕਿ ਸੰਸਦ ਦੇ ਕੰਮ, ਫੰਕਸ਼ਨਸ ਆਫ ਪਾਰਲੀਮੈਂਟ, ਵਿਸ਼ਾ ਪੜ੍ਹਾਉਣ ਲਈ ਸਭ ਤੋਂ ਚੰਗਾ ਤਰੀਕਾ ਕਿਹੜਾ ਹੈ? ਲੈਕਚਰ ਵਿਧੀ, ਪ੍ਰੋਜੈਕਟ ਵਿਧੀ, ਵਾਦ ਵਿਵਾਦ ਵਿਧੀ, ਕਹਾਣੀ ਵਿਧੀ। ਹੁਣ ਅਸੀਂ ਸੰਸਦ ਦੇ ਕੰਮ ਸਮਝਾਉਣੇ ਨੇ। ਸੰਸਦ 'ਚ ਕੌਣ ਹੁੰਦੇ ਨੇ? ਹਰ ਤਰ੍ਹਾਂ ਦਾ ਸਾਡੇ ਕੋਲੇ ਉੱਥੇ MP ਆ ਜਿਹੜਾ ਉਹ ਸੰਸਦ ਦੇ ਵਿੱਚ ਬੈਠਾ ਹੋਵੇਗਾ, ਤੇ ਉੱਥੇ ਜਿੱਤੀ ਹੋਈ ਵਿਨਰ ਜਿਹੜੀ ਪਾਰਟੀ ਹੋਊਗੀ ਉਹਦੇ MP ਵੀ ਬੈਠੇ ਹੋਣਗੇ, ਤੇ ਜਿਹੜੀ ਹਾਰੀ ਹੋਈ ਓਪੋਜੀਸ਼ਨ ਵਾਲੀ ਪਾਰਟੀ ਹੋਊਗੀ ਉਹਦੇ ਵੀ MP ਬੈਠੇ ਹੋਣਗੇ। ਤੇ ਜਿਹੜਾ ਪੋਲਿਸੀਜ਼ ਵਗੈਰਾ ਲੈ ਕੇ ਆਉਂਦੇ ਨੇ ਉਹ ਲੈ ਕੇ ਆਉਂਦੇ ਨੇ ਜਿੱਤੀ ਹੋਈ ਪਾਰਟੀ ਦੇ। ਹੁਣ ਜਿੱਤੀ ਹੋਈ ਪਾਰਟੀ ਦਾ ਕੋਈ ਬੰਦਾ ਪੋਲਿਸੀ ਲੈ ਆਇਆ ਤਾਂ ਕੀ ਇਹ ਪੋਸੀਬਲ ਨਹੀਂ ਕਿ ਓਪੋਜੀਸ਼ਨ ਉਹਨਾਂ ਦੇ ਖਿਲਾਫ ਹੋਵੇਗੀ, ਓਪੋਜੀਸ਼ਨ ਉਹਨਾਂ ਦਾ ਵਿਰੋਧ ਕਰੇਗੀ? ਅਗਰ ਉਹ ਵਿਰੋਧ ਕਰ ਰਹੀ ਆ ਤਾਂ ਕੀ ਇਹ ਪੋਸੀਬਲ ਨਹੀਂ ਕਿ ਉੱਥੇ ਡਿਬੇਟ ਹੋਵੇਗੀ? ਤਾਂ ਡਿਬੇਟ ਨੂੰ ਚੰਗੀ ਤਰ੍ਹਾਂ ਨਾਲ ਕੌਣ ਸਮਝਾ ਸਕਦਾ ਹੈ? ਵਾਦ ਵਿਵਾਦ ਹੀ ਤਾਂ ਸਮਝਾ ਸਕਦਾ। ਵਾਦ ਵਿਵਾਦ ਡਿਬੇਟ ਕਰਵਾਵਾਂਗੇ ਅਗਰ ਤਾਂ ਹੀ ਅਸੀਂ ਸੰਸਦ ਦੇ ਕੰਮ ਚੰਗੀ ਤਰ੍ਹਾਂ ਸਮਝ ਸਕਦੇ ਹਾਂ। ਸੋ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਵਾਦ ਵਿਵਾਦ ਵਿਧੀ, ਡਿਬੇਟ ਮੈਥਡ। ਨੈਕਸਟ ਕੁਐਸਚਨ ਅਸੀਂ ਡਿਸਕਸ ਕਰ ਰਹੇ ਹਾਂ। ਕੁਐਸਚਨ ਨੰਬਰ ਸਾਡੇ ਕੋਲੇ ਆ ਰਿਹਾ ਹੈ 127 ਸਾਡੇ ਕੋਲੇ ਕੁਐਸਚਨ ਹੈ ਕਿ ਇਹਨਾਂ ਵਿੱਚੋਂ ਕਿਹੜਾ ਅਕਾਦਮਿਕ ਸਿੱਖਣ ਸਮਾਂ ਦਾ ਹਿੱਸਾ ਨਹੀਂ ਹੈ? ਸਾਡੇ ਕੋਲੇ ਆਪਸ਼ਨਸ ਨੇ ਵਿਸ਼ਾ ਦੁਹਰਾ, ਸਫਲਤਾ, ਵਿਅਸਤਵਾਦੀ,
ਜਾਂ ਫਿਰ ਉਪਰੋਕਤ ਵਿੱਚੋਂ ਕੋਈ ਵੀ ਨਹੀਂ। ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਉਪਰੋਕਤ ਵਿੱਚੋਂ ਕੋਈ ਵੀ ਨਹੀਂ। ਨੈਕਸਟ ਕੁਐਸਚਨ ਸਾਡੇ ਕੋਲ ਆ ਰਿਹਾ ਕਿ ਹੇਠ ਲਿਖਿਆਂ ਵਿੱਚੋਂ ਕਿਹੜੀ ਕਿਸਮ ਦੇ ਪ੍ਰਸ਼ਨ ਵਿਦਿਆਰਥੀਆਂ ਵਿੱਚ ਆਲੋਚਨਾਤਮਕ ਸੋਚ ਦਾ ਵਿਕਾਸ ਨਹੀਂ ਕਰਦੇ। ਨੈਕਸਟ ਸਾਡੇ ਕੋਲ 128 ਨੰਬਰ ਕੁਐਸਚਨ ਆ ਰਿਹਾ ਕਿ ਹੇਠ ਲਿਖਿਆਂ ਵਿੱਚੋਂ ਕਿਹੜੀ ਕਿਸਮ ਦੇ ਪ੍ਰਸ਼ਨ ਵਿਦਿਆਰਥੀਆਂ ਵਿੱਚ ਆਲੋਚਨਾਤਮਕ ਸੋਚ ਦਾ ਵਿਕਾਸ ਨਹੀਂ ਕਰਦੇ। ਆਪਸ਼ਨਸ ਨੇ ਸਾਡੇ ਕੋਲੇ ਨਿਸ਼ਚਿਤ ਉੱਤਰਾਂ ਵਾਲੇ ਪ੍ਰਸ਼ਨ, ਪੜਤਾਲ ਪ੍ਰਸ਼ਨ, ਵਿਕੇਂਦ ਮੁਖੀ ਪ੍ਰਸ਼ਨ ਜਾਂ ਫਿਰ ਖੁੱਲੇ ਪ੍ਰਸ਼ਨ। ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਨਿਸ਼ਚਿਤ ਉੱਤਰਾਂ ਵਾਲੇ। ਤੁਹਾਨੂੰ ਕੁਐਸਚਨ ਪੁੱਛਿਆ, ਤੁਸੀਂ ਆਨਸਰ ਦੇ ਦਿੱਤਾ, ਗੱਲ ਖਤਮ। ਇਹਦੇ ਵਿੱਚ ਤੁਸੀਂ ਸੋਚ ਵਿਚਾਰ ਕਿਵੇਂ ਕਰੋਗੇ, ਇਹਦੇ ਵਿੱਚ ਤੁਸੀਂ ਆਲੋਚਨਾ ਕਿਵੇਂ ਲੈ ਕੇ ਆਵੋਗੇ। ਨੈਕਸਟ ਕੁਐਸਚਨ ਹੈ ਕਿ ਸਮਾਜਿਕ ਸਿੱਖਿਆ ਦੇ ਵਿਸ਼ੇ ਦਾ ਉਦੇਸ਼ ਵਿਦਿਆਰਥੀਆਂ ਨੂੰ ਆਲੇ ਦੁਆਲੇ ਦੇ ਸੰਸਾਰ ਦੀਆਂ ਘਟਨਾਵਾਂ ਬਾਰੇ ਜਾਣੂ ਕਰਵਾਉਣਾ, ਵਿਦਿਆਰਥੀਆਂ ਵਿੱਚ ਸਮਾਜਿਕ ਚੌਗਿਰਦੇ ਦੀ ਆਲੋਚਨਾਤਮਕ ਜਾਗਰੂਕਤਾ ਪੈਦਾ ਕਰਨਾ, ਰਾਸ਼ਟਰੀ ਭਾਵਨਾ ਦਾ ਵਿਕਾਸ ਜਾਂ ਫਿਰ ਵਿਕਸਿਤ ਦੇਸ਼ਾਂ ਦੀ ਜਾਣਕਾਰੀ ਦੇਣਾ। ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਵਿਦਿਆਰਥੀਆਂ ਵਿੱਚ ਸਮਾਜਿਕ ਚੌਗਿਰਦੇ ਦੀ ਆਲੋਚਨਾਤਮਕ ਜਾਗਰੂਕਤਾ ਪੈਦਾ ਕਰਨਾ। ਨੈਕਸਟ ਕੁਐਸਚਨ ਹੈ ਸਾਡੇ ਕੋਲੇ ਕਿ ਸਥੂਲ ਤੋਂ ਸੂਖਮ ਵੱਲ ਜਾਣ ਦਾ ਕੀ ਅਰਥ ਹੈ। ਪ੍ਰੋਸੀਡਿੰਗ ਫਰੋਮ ਕੰਕਰੀਟ ਟੂ ਅਬਸਟ੍ਰੈਕਟ, ਇਸ ਦਾ ਮਤਲਬ ਕੀ ਹੈ। ਵਾਸਤਵਿਕਤਾ ਤੋਂ ਸਧਾਰੀਕਰਨ ਵੱਲ ਜਾਣਾ, ਵਾਸਤਵਿਕਤਾ ਤੋਂ ਸਿਧਾਂਤ ਵੱਲ ਜਾਣਾ, ਸੱਚਾਈ ਤੋਂ ਕਾਲਪਨਿਕਤਾ ਵੱਲ ਜਾਣਾ ਜਾਂ ਫਿਰ ਉਪਰੋਕਤ ਵਿੱਚੋਂ ਕੋਈ ਵੀ ਨਹੀਂ। ਸਹੀ ਆਨਸਰ ਸੱਚਾਈ ਤੋਂ ਕਾਲਪਨਿਕਤਾ ਵੱਲ ਜਾਣਾ, ਰਿਐਲਿਟੀ ਟੂ ਇਮੇਜਿਨੇਸ਼ਨ। ਨੈਕਸਟ ਕੁਐਸਚਨ ਸਾਡੇ ਕੋਲ ਹੈ ਕਿ ਭਾਰਤ ਦੀ ਸਭ ਤੋਂ ਵੱਡੀ ਜਵਾਹਰ ਸੁਰੰਗ ਕਿੱਥੇ ਹੈ। ਹਿਮਾਚਲ ਪ੍ਰਦੇਸ਼, ਪੱਛਮੀ ਬੰਗਾਲ, ਰਾਜਸਥਾਨ ਜਾਂ ਫਿਰ ਜੰਮੂ ਕਸ਼ਮੀਰ। ਸਹੀ ਆਨਸਰ ਹੈ ਇਸ ਦਾ ਜੰਮੂ ਕਸ਼ਮੀਰ। ਇਹ ਜੋ ਜਵਾਹਰ ਸੁਰੰਗ ਹੈ ਇਸ ਨੂੰ ਬਨਿਹਾਲ ਟਨਲ ਵੀ ਕਿਹਾ ਜਾਂਦਾ ਹੈ। ਜਵਾਹਰ ਟਨਲ ਹੈ ਜੋ, ਇਸ ਨੂੰ ਕਿਹਾ ਜਾਂਦਾ ਹੈ ਬਨਿਹਾਲ ਟਨਲ, ਮਤਲਬ ਕਿ ਬਨਿਹਾਲ ਸੁਰੰਗ, ਔਰ ਇਸ ਨੂੰ ਹੀ ਕਿਹਾ ਜਾਂਦਾ ਹੈ ਬਨਿਹਾਲ ਪਾਸ। ਕਈ ਵਾਰੀ ਕੁਐਸਚਨ ਆ ਜਾਂਦਾ ਨਾ ਕਿ ਬਨਿਹਾਲ ਪਾਸ ਕਿੱਥੇ ਆ, ਬਨਿਹਾਲ ਸੁਰੰਗ ਕਿੱਥੇ ਆ, ਜਾਂ ਫਿਰ ਬਨਿਹਾਲ ਸੁਰੰਗ ਦਾ ਦੂਸਰਾ ਨਾਮ ਕੀ ਆ। ਤੇ ਇਸ ਨੂੰ ਨਾਮ ਦਿੱਤਾ ਗਿਆ ਸੀਗਾ, ਜਿਵੇਂ ਕਿ ਪਤਾ ਹੀ ਹੈ ਕਿ ਸਾਡੇ ਜੋ ਪਹਿਲੇ ਪ੍ਰਧਾਨ ਮੰਤਰੀ ਸੀਗੇ ਜਵਾਹਰ ਲਾਲ ਨਹਿਰੂ ਜੀ, ਉਹਨਾਂ ਦੇ ਨਾਮ ਤੇ ਇਸ ਨੂੰ ਨਾਮ ਦਿੱਤਾ ਗਿਆ ਸੀ। ਤਾਂ ਸਾਨੂੰ ਇਹ ਵੀ ਕੁਐਸਚਨ ਆ ਸਕਦਾ ਕਿ ਕਿਹੜੀ ਸੁਰੰਗ ਆ ਜਿਹੜੀ ਜਵਾਹਰ ਲਾਲ ਨਹਿਰੂ ਦੇ ਨਾਮ ਤੇ ਬਣੀ ਆ, ਜਾਂ ਫਿਰ ਜਵਾਹਰ ਲਾਲ ਨਹਿਰੂ ਦੇ ਨਾਮ ਦੀ ਜਿਹੜੀ ਸੁਰੰਗ ਬਣੀ ਹੋਈ ਆ ਉਹ ਕਿੱਥੇ ਆ। ਕੁਝ ਵੀ ਆ ਸਕਦਾ ਕਿਸੇ ਵੀ ਤਰੀਕੇ ਨਾਲ ਕੁਐਸਚਨ। ਤੇ ਇਹ ਜੋ ਕਨੈਕਟ ਕਰਦੀ ਆ ਇਹ ਜੰਮੂ ਕਸ਼ਮੀਰ ਤੇ ਸ਼੍ਰੀਨਗਰ ਦੋਨਾਂ ਨੂੰ ਕਨੈਕਟ ਕਰਦੀ ਆ। ਤਾਂ ਅਗਲਾ ਕੁਐਸਚਨ ਸਾਡੇ ਕੋਲ ਇਹ ਬਣ ਸਕਦਾ ਹੈ ਕਿ ਜੰਮੂ ਕਸ਼ਮੀਰ ਐਂਡ ਸ਼੍ਰੀਨਗਰ ਨੂੰ ਜਿਹੜੀ ਸੁਰੰਗ ਕਨੈਕਟ ਕਰਦੀ, ਜਿਹੜੀ ਟਨਲ ਕਨੈਕਟ ਕਰਦੀ ਆ, ਉਹਦਾ ਨਾਮ ਕੀ ਆ। ਸੋ ਨੈਕਸਟ ਕੁਐਸਚਨ ਹੈ ਸਾਡੇ ਕੋਲੇ ਕਿ ਇਹਨਾਂ ਵਿੱਚੋਂ ਕਿਹੜੀ ਹਾੜੀ ਦੀ ਫਸਲ ਨਹੀਂ ਹੈ। ਹਾੜੀ ਜਿਸ ਨੂੰ ਅਸੀਂ ਰੱਬੀ ਕਰੋਪ ਕਹਿੰਦੇ ਆ। ਰੱਬੀ ਫਸਲਾਂ ਗਾਇਸ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਨੇ, ਇੱਕ ਹੁੰਦੀਆਂ ਨੇ ਰੱਬੀ ਕਰੋਪ, ਇੱਕ ਹੁੰਦੀਆਂ ਨੇ ਖਾਰਿਫ ਤੇ ਇੱਕ ਹੁੰਦੀਆਂ ਨੇ ਮੈਜ਼ ਜ਼ੈਦ, ਇੱਕ ਹੁੰਦੀਆਂ ਨੇ ਜ਼ੈਦ। ਜਿਹੜੀਆਂ ਜ਼ੈਦ ਫਸਲਾਂ ਹੁੰਦੀਆਂ ਨੇ ਉਹ ਵੈਸੇ ਤਾਂ ਆਪਾਂ ਡਿਟੇਲ ਦੇ ਵਿੱਚ ਇਹਨੂੰ ਕਵਰ ਕਰਾਂਗੇ ਜਦੋਂ ਅਸੀਂ ਲੈਕਚਰ ਸੀਰੀਜ਼ ਸ਼ੁਰੂ ਕਰਾਂਗੇ। ਜ਼ੈਦ ਦੀਆਂ ਜਿਹੜੀਆਂ ਫਸਲਾਂ ਹੁੰਦੀਆਂ ਨੇ ਇਹਨਾਂ ਦਾ ਸਮਾਂ ਜਿਹੜਾ ਉਹ 2 ਕੁ ਮਹੀਨੇ ਦਾ ਹੁੰਦਾ ਹੈ ਤੇ ਇਹਦੇ ਵਿੱਚ ਜ਼ਿਆਦਾਤਰ ਪਾਣੀ ਵਾਲੀਆਂ ਫਸਲਾਂ ਹੁੰਦੀਆਂ ਨੇ ਜਿਨ੍ਹਾਂ 'ਚ ਪਾਣੀ ਜ਼ਿਆਦਾ ਹੋਵੇ, ਜਿਵੇਂ ਕਿ ਵਾਟਰਮੈਲਨ ਹੋ ਗਿਆ, ਖਰਬੂਜ਼ਾ ਹੋ ਗਿਆ, ਤਰਬੂਜ਼ ਹੋ ਗਿਆ, ਜਾਂ ਫਿਰ ਖੀਰਾ ਹੋ ਗਿਆ, ਕੱਕੜੀ ਹੋ ਗਈ, ਤਰਾਂ ਹੋ ਗਈਆਂ। ਇਹ ਜਿਹਦੇ ਵਿੱਚ ਪਾਣੀ ਵਾਲੀਆਂ ਚੀਜ਼ਾਂ ਹੋਣ ਉਹ ਵਾਲੀਆਂ ਚੀਜ਼ਾਂ ਜ਼ੈਦ ਸੀਜ਼ਨ 'ਚ ਆਉਂਦੀਆਂ ਨੇ 2-3 ਮਹੀਨਿਆਂ ਵਾਸਤੇ। ਬਾਕੀ ਰੱਬੀ ਹੁੰਦੀਆਂ ਨੇ ਜਾਂ ਫਿਰ ਖਾਰਿਫ ਹੁੰਦੀਆਂ ਨੇ। ਰੱਬੀ ਅਸੀਂ ਕਹਿ ਦਿੰਦੇ ਹਾਂ ਹਾੜੀ ਦੀਆਂ ਫਸਲਾਂ ਨੂੰ, ਖਾਰਿਫ ਅਸੀਂ ਕਹਿ ਦਿੰਦੇ ਹਾਂ ਸਾਉਣੀ ਦੀਆਂ ਫਸਲਾਂ ਨੂੰ। ਤਾਂ ਫਿਰ ਇਹਨਾਂ ਦੇ ਵਿੱਚੋਂ ਕਿਹੜੀ ਆ ਜਿਹੜੀ ਰੱਬੀ ਫਸਲ ਨਹੀਂ ਹੈਗੀ। ਤਾਂ ਓਬਵੀਅਸ ਗੱਲ ਆ ਕਿ ਝੋਨਾ ਜਿਹੜਾ ਉਹ ਖਾਰਿਫ ਆ। ਰਾਈਸ ਨੇ ਜਿਹੜੇ ਉਹ ਖਾਰਿਫ ਨੇ। ਰਾਈਸ ਆ ਜਿਹੜੀ ਉਹ ਖਾਰਿਫ ਸੀਜ਼ਨ ਦੇ ਵਿੱਚ ਆਉਂਦੀ ਆ। ਠੀਕ ਹੈ ਗਾਇਜ਼। ਨੈਕਸਟ ਕੁਐਸਚਨ ਹੈ ਸਾਡੇ ਕੋਲ ਕਿ ਇਹਨਾਂ ਵਿੱਚੋਂ ਕਿਹੜਾ ਕੁਦਰਤੀ ਵਾਤਾਵਰਨ ਨਹੀਂ ਹੈ। ਮੈਂਗਰੋਵ, ਮਰੂਸਥਲ ਜਾਂ ਡੈਜ਼ਰਟ, ਗਲਤ ਲਿਖਿਆ ਹੋਇਆ ਮਾਰੂਥਲ ਹੈ, ਜਾਂ ਫਿਰ ਟੈਰੇਰੀਅਮ ਜਾਂ ਫਿਰ ਕੋਰਲ ਰੀਫਸ। ਇਸ ਦਾ ਸਹੀ ਆਨਸਰ ਹੈ ਸਾਡੇ ਕੋਲੇ ਟੈਰੇਰੀਅਮ। ਨੈਕਸਟ, ਭਾਰਤ ਦਾ ਕਿਹੜਾ ਸਮੁੰਦਰੀ ਤੱਟ ਤੂਫਾਨੀ ਤਪਤ ਖੰਡੀ ਚੱਕਰਵਾਤਾਂ ਤੋਂ ਬਹੁਤਾ ਪ੍ਰਭਾਵਿਤ ਹੁੰਦਾ ਹੈ। ਸਮੁੰਦਰੀ ਤੱਟ ਭਾਰਤ ਹੈਗਾ ਨੀਚਿਓਂ ਆਹ ਚੀਜ਼, ਤੇ ਕਿਹੜਾ ਸਮੁੰਦਰੀ ਤੱਟ ਇਸ ਸਾਈਡ ਵਾਲਾ, ਇਸ ਸਾਈਡ ਵਾਲਾ। ਤਾਂ ਜਿਹੜਾ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ ਉਹ ਹੁੰਦਾ ਹੈ ਸਾਡੇ ਕੋਲੇ ਆਂਧਰਾ ਵਾਲਾ, ਆਂਧਰਾ ਤੱਟ ਇਸ ਸਾਈਡ ਵਾਲਾ, ਇਹ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ। ਨੈਕਸਟ ਕੁਐਸਚਨ ਹੈ ਸਾਡੇ ਕੋਲੇ ਕਿ ਜੁਪੀਟਰ ਗ੍ਰਹਿ, ਜੁਪੀਟਰ ਪਲੈਨਟ ਸੂਰਜ ਦੁਆਲੇ ਆਪਣਾ ਇੱਕ ਚੱਕਰ ਪੂਰਾ ਕਰਦਾ ਹੈ। ਜਿਵੇਂ ਆਪਣੀ ਧਰਤੀ 365 ਦਿਨ ਲੈਂਦੀ ਹੈ ਨਾ, 365 ਨੂੰ ਅਸੀਂ 1 ਸਾਲ ਕਹਿ ਦਿੰਦੇ ਹਾਂ। ਤਾਂ ਇਹ ਕਿੰਨਾ ਚਿਰ 'ਚ ਪੂਰਾ ਕਰਦਾ ਹੈ? 248 ਸਾਲ 'ਚ, ਮਤਲਬ ਕਿ ਧਰਤੀ ਦੇ 1 ਸਾਲ ਦੇ ਬਰਾਬਰ ਹੋ ਗਏ ਇਹ। ਧਰਤੀ ਦਾ 1 ਸਾਲ 248 ਸਾਲ ਹੁਣ ਤੁਸੀਂ ਦੇਖ ਲਓ ਵੀ ਜਿੰਨਾ ਚਿਰ 'ਚ ਧਰਤੀ ਆਪਣੀ 248 ਗੇੜੇ ਖਾ ਜੂਗੀ, ਉਹਨਾਂ ਚਿਰ ਦੇ ਵਿੱਚ ਇਹ
एक चक्कर पूरा करूगा, या फिर 84 साल, या फिर 11.86 ऑलमोस्ट 12 साल, या फिर 16.5 साल, कितना चिर च पूरा कर दे। तो इसका जो सही आंसर है वो है 11.86 साल, ऑलमोस्ट 12 साल। नैक्सट क्वेश्चन है गाइस साडे कोले, भारत संविधान निर्माण करने कितनी कमेटी नियुक्त की गई सन। यह क्वेश्चन की सानू मिली सी ग्रेस। ये क्वेश्चन सही नहीं सीगा क्योंकि ऑप्शनस आई थिंक कोई ऑप्शन के रौला होगा, इस ते केस लग्या सीगा क्वेश्चन के उपर। और जो नैक्सट क्वेश्चन है हेठ लिखियां विचों किहड़ा विशेष शक्ति या शक्तियां राज सभा कोल हन, इहदे उपर भी केस लग्या सीगा, यह भी सानू ग्रेस मिली सी। सो नैक्सट आपां कवर करते हैं क्वेश्चन नंबर 138। 138 क्वेश्चन साडे कोले आ रहा है कि भारतीय संविधान की धारा अनुसार कोई बिल वित्तीय बिल है कि नहीं। क्वेश्चन रिपीट हो रहा है गाइस, इस ते फैसला कौन करेगा? दसन की भी लोड़ नहीं क्योंकि बहुत बार कल वाले पिछले पेपर के अपने इसनूं डिटेल दे विच कवर किया सीगा। 2000 किहड़ा सीगा पेपर, वो 2015 तो पहला 2014 के पेपर के मैं तुहानूं डिटेल च दस्सिया सीगा इस बारे, अगर थोड़े ध्यान दे विच होवे। नैक्सट क्वेश्चन है साडे कोले कि भारतीय नागरिकों के मुढ़ले करतव्यां नूं संविधान विच शामिल किया गया सीगा। ये असीं 1976 च किया सीगा ये इंदिरा गांधी ने, उस टाइम की प्राइम मिनिस्टर ने इंदिरा गांधी ने इसनूं शामिल किया सीगा। उसदी वजह की हुई सी शामिल करन दी फंडामेंटल ड्यूटीज़ नूं, वो तुहानूं मैं जो लैक्चर लगावांगे आपां उदों डिस्कस करांगे। इसदी वजह सीगी जो फंडामेंटल ड्यूटीज़ नूं शामिल करन दी, ते इसनूं किया गया सीगा 42वीं सोध दे विच। इत्थे गलत लिखिया होया 76 आवेगा, 42वीं सोध सीगी। और 42वीं सोध दे विच इंनियां ज़्यादा सोधां कीतियां सीगीਆਂ, मतलब कि जो 42nd अमेंडमेंट सीगी ਇਹਦੇ ਵਿੱਚ ਇੰਨੀਆਂ ਜ਼ਿਆਦਾ ਅਮੈਂਡਮੈਂਟਸ ਕੀਤੀਆਂ ਸੀਗੀਆਂ ਕਿ ਅਸੀਂ ਇਸ ਨੂੰ ਮਿਨੀ ਕੌਨਸਟੀਟਿਊਸ਼ਨ ਦਾ ਨਾਮ ਵੀ ਦਿੱਤਾ। ਇਸ ਨੂੰ ਅਸੀਂ ਮਿਨੀ ਕੌਨਸਟੀਟਿਊਸ਼ਨ ਵੀ ਕਹਿ ਦਿੰਦੇ ਆ। ਅਗਰ ਤੁਹਾਨੂੰ ਕੁਐਸਚਨ ਆਵੇ ਤਾਂ ਕਿਹੜੀ ਅਮੈਂਡਮੈਂਟ ਨੂੰ ਮਿਨੀ ਕੌਨਸਟੀਟਿਊਸ਼ਨ ਕਹਿੰਦੇ ਨੇ, ਤਾਂ ਉਹ ਹੈਗਾ 42nd ਅਮੈਂਡਮੈਂਟ ਨੂੰ। ਨੈਕਸਟ ਕੁਐਸਚਨ ਆ ਕਿ ਹੇਠ ਲਿਖਿਆਂ ਦਾ ਮਿਲਾਨ ਕਰੋ। ਕਾਨੂੰਨ ਦਾ ਸ਼ਾਸਨ, ਪ੍ਰਸਤਾਵਨਾ, ਮਜ਼ਬੂਤ ਕੇਂਦਰ ਨਾਲ ਸੰਘੀ ਸੰਬੰਧ, ਰਾਜਨੀਤੀ ਨਿਰਦੇਸ਼ਕ ਸਿਧਾਂਤ, ਕੈਨੇਡਾ, UK, ਆਇਰਲੈਂਡ, USA। ਤਾਂ ਹੁਣ ਇਹਦੇ ਵਿੱਚ ਜਿਹੜੀ ਪ੍ਰਸਤਾਵਨਾ ਹੈ, प्रस्तावना सानू पता है कि USA नाल रिलेटेड आ। राजनीति के निर्देशक सिद्धांत ने जिहड़े सानू पता है कि आयरलैंड नाल रिलेटेड ने। तो असीं इन्हां दोनों नूं देखते हुए असीं क्वेश्चन मिलान करते हैं, असीं देखते हैं कि साडा आंसर की बन सकता है। बी की जिहड़ी ऑप्शन है वो साडे कोले हैगी आ 4, इहदे विचों लभदे असीं बी कित्थे आ, पहलां ही पिया है बी दी 4, इस तो इलावा किते 4 हैगा ही नहीं। जिवें गाइस आ देखो आ 4 पिया ना, कई बार इदां साडे कोले ऑप्शन हो जांदी है, इहनूं कैंसल कर दांगे, इहनूं कैंसल कर दांगे। बट हुण तां साडे कोले 4 कल्ला इत्थे ही आ, तां मतलब असीं इहनूं भी कैंसल कर दांगे ते साडे कोले आह वाली ऑप्शन बच जाएगी। सो प्रस्तावना साडी USA तो आ गई, उस तो बाद साडे कोले राजनीति के निर्देशक दा D साडे कोले 3rd आयरलैंड तो आ गए, बाकी जो बच गए कानून का शासन A आ गया साडे कोले, दूसरा UK तो, बाकी जो बच गया वो आ गया कैनेडा। ठीक है, इस तरीके नाल साडा जो आंसर आ गया वो आ गया A। नैक्सट क्वेश्चन है साडे कोले कि भारत विच UPSC की नियुक्ति है, उसके मैंबरां की नियुक्ति कौन करता है? तो उसके मैंबरां की नियुक्ति करता है राष्ट्रपति। UPSC की आ जानते हो इस बारे? एक पब्लिक टेस्ट हुंदा है, सर्विस ਲਈ टेस्ट हुंदा है इंडिया लैवल का, जिहदे विचों IAS IPS वगैरह निकलते हैं, जिहदे विचों तुहाडे SDM बनते हैं, जिहदे तुहाडे DO बनते हैं, जिहदे तुहाडे DC बनते हैं, DO नहीं DC बनते हैं, जिहदे तुहाडे वो वाला टेस्ट हुंदा है UPSC का, सिविल का टेस्ट जिन्होंने आप कह दें। नैक्सट क्वेश्चन है कि हेठ लिखिया विचों किहड़ा काम चोण कमीशन नहीं करता? हल्कियां की हदबंदी करना, घेरे बनाना कि इत्थे तक आह वाला बाड़ आ, इत्थे तक आह वाला शहर आ, राजनीतिक दलों नूं मानता देना, ओबीएस जी गल है कि इहनूं असीं मानता देवांगे, इहनूं नहीं देवांगे। राष्ट्रपति की चोणां करवाउणा, नहीं जी, ये वाला काम चोण कमीशन नहीं करेगा। वोटरां की सूची समय समय पर तैयार करना ते नवीं बनाउणा, यह भी यही करेगा। तो मतलब साडी ऑप्शन किहड़ी आ गई? C। नैक्सट क्वेश्चन है साडे कोले कि न्यायपालिका महत्वपूर्ण भूमिका अदा करती है क्योंकि है न्यायपालिका की हुंदी आ? जुडिशियरी। क्योंकि है निर्भर है, हो ही नहीं सकता, किस ते निर्भर है? किसी ते भी नहीं। आत्मनिर्भर है, ना जी ये भी नहीं है, कोई भी नहीं, ये भी नहीं हो सकता। कार्यपालिका ते विधानपालिका ते निर्भर नहीं है, बिल्कुल। जुडिशियरी होगी या फिर विधानपालिका होगी, राज्यपालिका बेशक इंडिपेंडेंट हो सकते हैं, बट जी जुडिशियरी आ यह इंडिपेंडेंट बॉडी आ, यह किसी के उपर भी डिपेंड नहीं करती, इंडिपेंडेंट बॉडी। नैक्सट क्वेश्चन साडे कोले आ रहा है कि लोक सभा की हर बैठक के पहले घंटे की कहते, ये भी वैरी इंपोर्टेंट टॉपिक आ, असीं कवर करांगे लैक्चर दे विच कि पहला घंटा की हुंदा है, विशेष काल की हुंदा है, प्रश्न सिस्टम की हुंदा है, पब्लिक काल की हुंदा है, जीरो कॉल की हुंदा है, सारा कुछ असीं कवर करांगे। फिलहाल लोक सभा की हर बैठक के पहले घंटे नूं असीं कह दिंदे आ
ਪ੍ਰਸ਼ਨ ਕਾਲ, ਕੁਐਸਚਨ ਆਰ ਕਹਿ ਦਿੰਦੇ ਅਸੀਂ। ਨੈਕਸਟ ਸਾਡੇ ਕੋਲੇ ਕੁਐਸਚਨ ਆ ਰਿਹਾ ਹੈ, ਇਹਨਾਂ ਵਿੱਚੋਂ ਕਿਹੜਾ ਸੰਵਿਧਾਨ ਦਾ ਅੰਗ ਨਹੀਂ ਹੈ? ਚੋਣ ਕਮਿਸ਼ਨ, ਵਿੱਤ ਕਮਿਸ਼ਨ, ਅੰਤਰਰਾਜ ਪਰਿਸ਼ਦ ਜਾਂ ਫਿਰ ਯੋਜਨਾ ਕਮਿਸ਼ਨ। ਮਤਲਬ ਕਿ ਇਲੈਕਸ਼ਨ ਕਮਿਸ਼ਨ, ਫਾਈਨਾਂਸ ਕਮਿਸ਼ਨ, ਇੰਟਰਸਟੇਟ ਕੌਂਸਲ ਜਾਂ ਫਿਰ ਪਲਾਨਿੰਗ ਕਮਿਸ਼ਨ। ਕੁਐਸਚਨ ਗਾਇਜ਼ ਰਿਪੀਟ ਹੋਇਆ ਹੈ, ਪਹਿਲਾਂ ਵੀ ਇਹ ਕੁਐਸਚਨ ਪੇਪਰ ਦੇ ਵਿੱਚ ਆਇਆ ਹੋਇਆ ਹੈ। ਸੋ ਇਸੇ ਲਈ ਮੈਂ ਤੁਹਾਨੂੰ ਕਹਿਣਾ ਕਿ 8 ਦੇ 8 ਪੇਪਰ ਤੁਸੀਂ ਅਗਰ ਚੰਗੀ ਤਰ੍ਹਾਂ ਕਰ ਲਵੋ ਨਾ ਤਾਂ ਬਹੁਤ ਸਾਰੇ ਕੁਐਸਚਨ ਤੁਹਾਨੂੰ ਰਿਪੀਟ ਮਿਲ ਜਾਣਗੇ। ਕਿੰਨੇ ਕੁ ਕੁਐਸਚਨ ਨਵੇਂ ਬਣੀ ਜਾਣਗੇ, ਉਹੀ ਕੁਐਸਚਨ ਅੱਗੇ ਪਿੱਛੇ ਹੋ ਕੇ ਘੁੰਮ ਘੁਮਾ ਕੇ ਉਹੀ ਕੁਐਸਚਨ ਆਈ ਜਾਂਦੇ ਨੇ। ਬਲਕਿ ਆਹ ਵਾਲਾ ਕੁਐਸਚਨ ਤਾਂ ਡਿਟੋ ਕੁਐਸਚਨ ਬਣਿਆ ਹੋਇਆ, ਅਸੀਂ ਪਹਿਲਾਂ ਇਹਨੂੰ ਮੈਂ ਡਿਟੇਲ 'ਚ ਤੁਹਾਨੂੰ ਦੱਸਿਆ ਵੀ ਸੀਗਾ। ਔਰ ਜਿਹੜਾ ਇਹ ਪਲੈਨਿੰਗ ਕਮਿਸ਼ਨ ਆ, ਯੋਜਨਾ ਕਮਿਸ਼ਨ ਆ, ਇਹ ਖਤਮ ਹੋ ਗਿਆ ਸੀਗਾ। ਇਹ ਮਾਨਨੀय ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਖਤਮ ਕੀਤਾ ਸੀਗਾ। ਇਹ 2014 ਦੇ ਵਿੱਚ 15 ਅਗਸਤ 2014 ਨੂੰ ਖਤਮ ਕਰਕੇ ਇਹਦੀ ਜਗ੍ਹਾ ਤੇ ਆ ਗਿਆ ਸੀਗਾ ਨੀਤੀ ਆਯੋਗ। ਤੇ ਨੀਤੀ ਆਯੋਗ ਆ ਜਿਹੜਾ, ਇਸ ਨੂੰ ਸ਼ੁਰੂ ਕੀਤਾ ਗਿਆ ਸੀਗਾ 1 ਜਨਵਰੀ 2015 ਤੋਂ ਨੀਤੀ ਆਯੋਗ ਸ਼ੁਰੂ ਕਰ ਦਿੱਤਾ ਗਿਆ ਸੀਗਾ। ਔਰ ਨੀਤੀ ਆਯੋਗ ਦਾ ਜਿਹੜਾ ਚੇਅਰਮੈਨ ਹੁੰਦਾ ਹੈ ਉਹ ਖੁਦ ਪ੍ਰਧਾਨ ਮੰਤਰੀ ਹੀ ਹੁੰਦਾ ਹੈ, PM ਹੀ ਹੁੰਦਾ ਹੈ ਇਹਦਾ ਜਿਹੜਾ ਚੇਅਰਮੈਨ ਹੁੰਦਾ ਹੈ। ਸੋ ਇਸ ਦਾ ਅਗਰ ਆਪਾਂ ਕੁਐਸਚਨ ਦਾ ਸਹੀ ਆਨਸਰ ਦੇਖੀਏ ਉਹ ਹੈ ਯੋਜਨਾ ਕਮਿਸ਼ਨ, ਬਟ ਅੱਜ ਕੱਲ੍ਹ ਯੋਜਨਾ ਕਮਿਸ਼ਨ ਨਹੀਂ ਰਿਹਾ। ਨੈਕਸਟ ਅਸੀਂ ਗੱਲ ਕਰਦੇ ਹਾਂ, ਸਾਡੇ ਕੋਲ ਨੈਕਸਟ ਹੈ ਕੁਐਸਚਨ ਨੰਬਰ 146। ਭਾਰਤ ਦੇ ਕਿਹੜੇ ਰਾਜ ਵਿੱਚ ਪੰਚਾਇਤ ਰਾਜ ਵਿਵਸਥਾ ਨਹੀਂ ਹੈ? ਕਿ ਪੰਚਾਇਤਾਂ ਕਿੱਥੇ ਨਹੀਂ ਹੈਗੀਆਂ? ਨਾਗਾਲੈਂਡ, ਤ੍ਰਿਪੁਰਾ, ਕੇਰਲਾ ਜਾਂ ਅਸਾਮ। ਪੰਚਾਇਤਾਂ ਨਾਗਾਲੈਂਡ ਦੇ ਵਿੱਚ ਨਹੀਂ ਹੈਗੀਆਂ। ਨੈਕਸਟ ਹੈ ਕਿ ਕੇਂਦਰ ਅਤੇ ਰਾਜ ਦੇ ਸੰਬੰਧਾਂ ਦੀ ਸਮੀਖਿਆ ਕਰਨ ਲਈ ਕੇਂਦਰ ਸਰਕਾਰ ਨੇ ਡੈਸ਼ ਈਸਵੀ ਦੇ ਵਿੱਚ ਸਰਕਾਰੀ ਕਮਿਸ਼ਨ ਬਿਠਾਇਆ ਸੀਗਾ। ਸਰਕਾਰੀ ਕਮਿਸ਼ਨ ਇੰਟਰਸਟੇਟ ਰਿਲੇਸ਼ਨ ਸੀਗਾ ਕੇਂਦਰ ਦਾ, ਇੰਟਰਸਟੇਟ ਨਹੀਂ, ਸੈਂਟਰ ਤੇ ਸਟੇਟ ਦਾ ਰਿਲੇਸ਼ਨ ਸੀਗਾ। ਇਹ ਕੁਐਸਚਨ ਅਕਸਰ ਆਉਂਦਾ ਹੀ ਆਉਂਦਾ ਹੈ ਹਰ ਪੇਪਰ ਦੇ ਵਿੱਚ, ਕਿਤੇ ਨਾ ਕਿਤੇ ਇਹ ਇਹਦੇ ਨਾਲ ਦਾ ਮਿਲਦਾ ਜੁਲਦਾ ਤੁਹਾਨੂੰ ਕੁਐਸਚਨ ਲੱਭ ਜੂਗਾ, ਮਿਲ ਜੂਗਾ। ਇਸ ਲਈ ਇਸ ਦਾ ਥੋੜਾ ਧਿਆਨ ਰੱਖਿਓ ਇਸ ਦਾ। ਇਹ ਮਤਲਬ ਸਰਕਾਰੀ ਕਮਿਸ਼ਨ ਕਦੋਂ ਨਿਯੁਕਤ ਕੀਤਾ ਗਿਆ? ਇਹ ਕੀਤਾ ਗਿਆ ਸੀਗਾ 1983 ਦੇ ਵਿੱਚ। ਨੈਕਸਟ ਕੁਐਸਚਨ ਆ, ਕਿਹੜਾ ਸੁਧਾਰਕ ਐਕਟ ਛੋਟੇ ਸੰਵਿਧਾਨ ਦੇ ਰੂਪ ਵਿੱਚ ਕੰਮ ਕਰਦਾ ਹੈ? ਲੋ ਜੀ, ਆ ਗਿਆ ਉਹੀ ਕੁਐਸਚਨ ਜਿਹੜਾ ਮੈਂ ਤੁਹਾਨੂੰ ਪਿੱਛੇ ਜੇ ਦੱਸ ਕੇ ਹਟਿਆ ਕਿ ਮਿਨੀ ਕਨਸਟੀਟਿਊਸ਼ਨ ਕਿਹਨੂੰ ਕਹਿੰਦੇ ਨੇ। ਹਜੇ ਆਪਾਂ ਹੁਣੇ ਗੱਲ ਕਰਕੇ ਹਟੇ ਹਾਂ ਕਿ ਇਸ ਅਮੈਂਡਮੈਂਟ ਨੂੰ ਇੰਨੀਆਂ ਜ਼ਿਆਦਾ ਇਹਦੇ ਵਿੱਚ ਇਸ ਸੋਧ ਦੇ ਵਿੱਚ ਅਮੈਂਡਮੈਂਟਸ ਕਰ ਦਿੱਤੀਆਂ ਗਈਆਂ ਸੀਗੀਆਂ ਕਿ ਇਸ ਨੂੰ ਅਮੈਂਡਮੈਂਟ ਮਿਨੀ ਕਨਸਟੀਟਿਊਸ਼ਨ ਹੀ ਕਹਿਣ ਲੱਗ ਗਏ ਸੀਗੇ ਅਸੀਂ। ਸੋ ਦੱਸਣ ਦੀ ਲੋੜ ਹੀ ਨਹੀਂ ਹੈਗੀ, ਆਈ ਥਿੰਕ ਤੁਹਾਨੂੰ ਪਤਾ ਲੱਗ ਹੀ ਗਿਆ ਹੈ ਹੁਣ ਤਾਂ। 42 ਜਿਹੜੀ ਸੰਵਿਧਾਨਿਕ ਸੋਧ ਹੋਈ ਸੀਗੀ ਉਸ 1976 'ਚ ਜਿਹੜੀ ਇੰਦਰਾ ਗਾਂਧੀ ਨੇ ਕੀਤੀ ਸੀਗੀ, ਉਹ ਸੀਗੀ ਮਿਨੀ ਕਨਸਟੀਟਿਊਸ਼ਨ, ਛੋਟਾ ਸੰਵਿਧਾਨ। ਨੈਕਸਟ ਕੁਐਸਚਨ ਹੈ ਸਾਡੇ ਕੋਲੇ ਕਿ ਜੇਕਰ ਕਿਸੇ ਕਾਰਨ ਰਾਸ਼ਟਰਪਤੀ, ਉਪ ਰਾਸ਼ਟਰਪਤੀ ਦੇ ਦਫ਼ਤਰ ਖਾਲੀ ਹੋ ਜਾਣ ਤਾਂ ਰਾਸ਼ਟਰਪਤੀ ਦਾ ਕੰਮ ਕੌਣ ਸੰਭਾਲਦਾ ਹੈ? ਪ੍ਰਧਾਨ ਮੰਤਰੀ ਸੰਭੂਗਾ, ਮੁੱਖ ਚੋਣ ਕਮਿਸ਼ਨਰ ਸੰਭੂਗਾ, ਲੋਕ ਸਭਾ ਦਾ ਸਪੀਕਰ ਸੰਭੂਗਾ ਜਾਂ ਭਾਰਤ ਦਾ ਮੁੱਖ ਜੱਜ ਸੰਭੂਗਾ? ਜੇ ਤਾਂ ਪ੍ਰੈਜ਼ੀਡੈਂਟ ਨਹੀਂ ਹੈਗਾ ਤਾਂ ਉਹਦੀ ਜਗ੍ਹਾ ਆ ਜਾਊਗਾ ਵਾਈਸ ਪ੍ਰੈਜ਼ੀਡੈਂਟ। ਬਾਇਆ ਚਾਂਸ ਜੇ ਵਾਈਸ ਪ੍ਰੈਜ਼ੀਡੈਂਟ ਵੀ ਨਹੀਂ ਹੈਗਾ ਤਾਂ ਉਹਦੀ ਜਗ੍ਹਾ ਆ ਜਾਊਗਾ CJI, ਚੀਫ ਜਸਟਿਸ ਆਫ ਇੰਡੀਆ। ਬਾਇਆ ਚਾਂਸ ਜੇ ਚੀਫ ਜਸਟਿਸ ਆਫ ਇੰਡੀਆ ਵੀ ਨਹੀਂ ਹੈਗਾ ਤਾਂ ਸਾਡੇ ਕੋਲੇ ਕੌਣ ਆਵੇਗਾ? ਤਾਂ ਸਾਡੇ ਕੋਲੇ ਆਵੇਗਾ ਸੀਨੀਅਰ ਮੋਸਟ ਜੱਜ ਆਫ ਸੁਪਰੀਮ ਕੋਰਟ। ਉਹ ਤਾਂ ਹੁਣ ਹੋਊਗਾ ਹੀ ਹੋਊਗਾ, ਉਹ ਤਾਂ ਹੋ ਹੀ ਨਹੀਂ ਸਕਦਾ ਕਿ ਉਹ ਨਾ ਹੋਵੇ, ਠੀਕ ਹੈ। ਸੀਨੀਅਰ ਮੋਸਟ ਜੱਜ ਆਫ ਸੁਪਰੀਮ ਕੋਰਟ। ਨੈਕਸਟ ਸਾਡੇ ਕੋਲੇ ਆ ਰਿਹਾ ਕਿ ਕਿਹੜੀ ਭਾਸ਼ਾ ਸੰਵਿਧਾਨ ਦੇ 8ਵੇਂ ਅਨੁਛੇਦ ਵਿੱਚ, ਇਹ ਵੀ ਰਿਪੀਟ ਹੋਇਆ ਤੁਹਾਨੂੰ ਮੈंने ਪਿਛਲੀ ਵਾਰੀ ਡਿਟੇਲ ਦੇ ਵਿੱਚ ਦੱਸਿਆ ਸੀਗਾ ਇਹ ਕਿ ਇੱਕ ਭਾਸ਼ਾ ਇਹੋ ਜਿਹੀ ਆ, ਜਦੋਂ ਤੁਹਾਨੂੰ ਮੈਂ ਜਿਸ ਪੇਪਰ ਦੇ ਵਿੱਚ ਮੈਂ ਤੁਹਾਨੂੰ ਪੁੱਛਿਆ ਨਹੀਂ ਸੀਗਾ ਕਿ ਮਦਰ ਲੈਂਗੁਏਜ ਇੰਡੀਆ ਦੀ ਕਿਹੜੀ ਆ, ਮਾਤ ਭਾਸ਼ਾ ਇੰਡੀਆ ਦੀ ਕਿਹੜੀ ਆ, ਉਹ ਵਾਲਾ ਕੁਐਸਚਨ ਰਿਪੀਟ ਹੋਇਆ। ਇਹਨਾਂ ਦੇ ਵਿੱਚੋਂ ਕਿਹੜੀ ਭਾਸ਼ਾ ਹੈ ਜਿਹੜੀ 8ਵੇਂ ਅਨੁਛੇਦ ਵਿੱਚ ਨਹੀਂ ਦਰਸਾਈ ਗਈ? ਸੰਸਕ੍ਰਿਤ, ਨੇਪਾਲੀ, ਅੰਗਰੇਜ਼ੀ ਜਾਂ ਫਿਰ ਸਿੰਧੀ? ਇਸ ਦਾ ਸਹੀ ਆਨਸਰ ਹੈ ਅੰਗਰੇਜ਼ੀ। ਅੰਗਰੇਜ਼ੀ ਬੇਸ਼ੱਕ ਸਾਡੀ ਆਫੀਸ਼ੀਅਲ ਲੈਂਗੁਏਜ ਹੋ ਸਕਦੀ ਹੈ ਇੰਡੀਆ ਦੀ, ਹਿੰਦੀ ਬੇਸ਼ੱਕ ਆਫੀਸ਼ੀਅਲ ਲੈਂਗੁਏਜ ਹੈਗੀ ਹੈ ਸਾਡੇ ਇੰਡੀਆ ਦੀ, ਬਟ ਅੰਗਰੇਜ਼ੀ ਹੈ ਜਿਹੜੀ ਉਹ ਅਨੁਛੇਦ ਦੇ ਵਿੱਚ ਨਹੀਂ ਹੈਗੀ। ਤੇ ਇਸ ਦੇ ਨਾਲ ਹੀ ਗਾਇਸ ਸਾਡੇ 150 ਦਾ 150 ਕੁਐਸਚਨ ਜੋ ਕੰਪਲੀਟ ਹੋ ਰਿਹਾ ਹੈ, ਮਤਲਬ ਕਿ ਸਾਡਾ 2015 ਦਾ ਪਾਰਟ 2 ਵੀ ਅਸੀਂ ਕੰਪਲੀਟ ਕਰ ਰਹੇ ਹਾਂ। ਇਸ ਪੇਪਰ ਦੇ ਵਿੱਚ ਵੀ ਤੁਹਾਨੂੰ ਲਾਸਟ ਦੇ ਵਿੱਚ ਵੀ ਮੈਂ ਹਰ ਵਾਰੀ ਇਹੀ ਗੱਲ ਕਹਿਣਾ ਕਿ ਤੁਸੀਂ ਗਾਇਸ ਟੈਲੀਗ੍ਰਾਮ ਜ਼ਰੂਰ ਜੁਆਇਨ ਕਰੋ। ਟੈਲੀਗ੍ਰਾਮ ਜੁਆਇਨ ਕਰਨ ਦਾ ਫਾਇਦਾ ਇਹੀ ਆ ਕਿ ਤੁਹਾਨੂੰ ਰੋਜ਼ ਦੇ 10-15 ਕੁਐਸਚਨ ਮਿਲ ਜਾਂਦੇ ਨੇ। 100 ਤੋਂ ਪਲੱਸ ਅਸੀਂ ਕੁਐਸਚਨ ਕਰ ਚੁੱਕੇ ਹਾਂ, ਈਵਨ ਕਿ 150 ਪਲੱਸ ਕੁਐਸਚਨ ਹੋਣ ਵਾਲਾ ਹੈ। ਤੁਸੀਂ ਸਰਚ ਕਰ ਸਕਦੇ ਹੋ ਸਾਡਾ ਚੈਨਲ, ਈਵਨ ਕਿ ਕੋਟਲਾ ਕਲਾਸਿਸ ਅਗਰ ਟਾਈਪ ਕਰਕੇ ਤੁਸੀਂ ਸਰਚ ਕਰ ਸਕਦੇ ਹੋ, ਜਾਂ ਫਿਰ ਮੈਂ ਲਿੰਕ ਆ ਜੋ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੁੰਦਾ ਹੈ, ਹਰ ਵੀਡੀਓ ਦੇ ਨੀਚੇ ਤੁਹਾਨੂੰ ਲਿੰਕ ਮਿਲ ਜੂਗਾ, ਤੁਸੀਂ ਲਿੰਕ ਤੇ ਕਲਿੱਕ ਕਰਕੇ ਵੀ ਜੁਆਇਨ ਕਰ ਸਕਦੇ ਹੋ, ਵਿਜ਼ਿਟ ਕਰ ਸਕਦੇ ਹੋ ਸਾਡਾ ਚੈਨਲ। ਚੰਗਾ ਲੱਗਦਾ ਤਾਂ ਵਿਜ਼ਿਟ ਕਰ ਲਓ, ਨਹੀਂ ਚੰਗਾ ਲੱਗਦਾ ਤਾਂ ਕੋਈ ਜ਼ੋਰ ਜ਼ਬਰਦਸਤੀ ਨਹੀਂ ਹੈਗੀ, ਪਰ ਹਾਂ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ। ਅਗਰ ਚੰਗਾ ਲੱਗਿਆ ਤਾਂ ਜੁਆਇਨ ਕਰ ਲਓ। ਸੋ ਥੈਂਕ ਯੂ ਗਾਇਜ਼, ਥੈਂਕ ਯੂ ਵੈਰੀ ਮਚ।